ਬਿਜ਼ਨਸ ਬਲਾਸਟਰ ਪੰਜਾਬ ਬਿਜ਼ਨਸ ਬਲਾਸਟਰ ਪੰਜਾਬ ਦੇ ਅੱਜ 10ਵੇਂ ਲੈਸਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਲਈ ਬਿਜ਼ਨਸ ਪਲਾਨ ਤਿਆਰ ਕਰਾਂਗੇ, ਯਾਨੀ ਕਿ ਆਪਣੀ ਕਾਰੋਬਾਰੀ ਯੋਜਨਾ ਬਣਾਵਾਂਗੇ, ਪਲੈਨਿੰਗ ਕਰਾਂਗੇ ਕਿ ਅਸੀਂ ਕੀ ਕਰਾਂਗੇ ਆਪਣੇ ਬਿਜ਼ਨਸ ਦੇ ਵਿੱਚ। ਹਾਂਜੀ ਬੇਟਾ, ਪਿਛਲੇ ਹਫਤੇ ਤੁਹਾਨੂੰ ਅਸਾਈਨਮੈਂਟ ਦਿੱਤਾ ਸੀਗਾ ਕਿ ਆਪਣਾ ਉਤਪਾਦ ਤੁਸੀਂ ਤਿਆਰ ਕਰਨਾ ਹੈਗਾ ਤਾਂ ਉਹਦੇ ਲਈ ਕੀ ਕੀ ਸਟੈਪਸ ਹੋਣਗੇ, ਉਹਨਾਂ ਦੇ ਬਾਰੇ ਤੁਸੀਂ ਸੋਚ ਕੇ ਲਿਖ ਕੇ ਲੈ ਕੇ ਆਉਣਾ ਸੀ ਜਾਂ ਉਹਦੇ ਬਾਰੇ ਵਿਚਾਰ ਕਰਕੇ ਆਉਣੀ ਸੀ। ਸੋ ਅੱਜ ਪਹਿਲਾਂ ਆਪਾਂ 5 ਮਿੰਟ ਇਸ ਚੀਜ਼ 'ਤੇ ਡਿਸਕਸ਼ਨ ਕਰਾਂਗੇ। ਤੁਸੀਂ ਜੋ ਵੀ ਉਤਪਾਦ ਬਣਾਉਣਾ ਹੈ ਉਹਦੇ ਲਈ ਤੁਸੀਂ ਕੀ ਸੋਚਦੇ ਹੋ ਵੀ ਕੀ ਕੀ ਕਦਮ ਹੋਣੇ ਚਾਹੀਦੇ ਹਨ, ਕਿਸ ਤਰੀਕੇ ਨਾਲ ਤੁਸੀਂ ਅੱਗੇ ਪ੍ਰੋਸੀਡ ਕਰੋਗੇ। ਆਪਣਾ ਉਤਪਾਦ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਕੀ ਕਰੋਗੇ? ਮੰਨ ਲਓ ਤੁਹਾਨੂੰ ਸੀਡ ਮਨੀ ਮਿਲ ਜਾਂਦੀ ਹੈ, ਉਸ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਕਰੋਗੇ, ਉਸ ਤੋਂ ਬਾਅਦ ਕੀ ਕਰੋਗੇ, ਅੱਗੇ ਤੁਹਾਡਾ ਕੀ ਪਲਾਨ ਹੈਗਾ ਜੋ ਵੀ ਉਤਪਾਦ ਤੁਸੀਂ ਤਿਆਰ ਕਰਨਾ ਹੈ। ਸੋ ਇਹਦੇ ਬਾਰੇ ਤੁਹਾਨੂੰ ਸੋਚ ਕੇ ਆਉਣ ਲਈ, ਵਿਚਾਰ ਕਰਕੇ ਆਉਣ ਲਈ ਕਿਹਾ ਸੀ। ਹੁਣ ਇੱਕ ਇੱਕ ਕਰਕੇ ਸਾਰੇ ਆਪਣੇ ਵਿਚਾਰ ਜਿਹੜੇ ਹੈਗੇ ਨੇ ਸਾਂਝੇ ਕਰੋ। ਹਾਂਜੀ ਬੇਟਾ, ਸੋ ਅੱਜ ਦੇ ਪਾਠ ਦਾ ਜੋ ਉਦੇਸ਼ ਹੈ, ਤੁਸੀਂ ਸਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਤੁਸੀਂ ਆਪਣਾ ਉਤਪਾਦ ਤਿਆਰ ਕਰਨ ਲਈ ਕਿਹੜੇ-ਕਿਹੜੇ ਸਟੈਪਸ ਲਓਗੇ, ਕਿਸ ਤਰ੍ਹਾਂ ਦੇ ਪੜਾਵਾਂ ਵਿੱਚੋਂ ਲੰਘੋਗੇ। ਠੀਕ ਹੈ, ਹੁਣ ਅੱਜ ਦੇ ਸਾਡੇ ਇਸ ਪਾਠ ਦਾ ਉਦੇਸ਼ ਜੋ ਹੈ, 2 ਉਦੇਸ਼ ਨੇ ਬੇਟਾ। ਪਹਿਲਾ ਹੈਗਾ ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰਨਾ। ਆਪਾਂ ਨੇ ਹਮੇਸ਼ਾ ਹਰ ਲੈਸਨ ਵਿੱਚ ਕੁਝ ਨਵਾਂ ਸਿੱਖਦੇ ਆ ਰਹੇ ਹਾਂ। ਇੱਥੇ ਵੀ ਆਪਾਂ ਨੇ ਮੁਹਾਰਤ ਅਤੇ ਮੁੱਲਾਂ ਅਤੇ ਸਹੀ ਤਰੀਕੇ ਨਾਲ ਕੰਮ ਕਰਨ ਦੇ ਤਰੀਕੇ ਨੂੰ ਸਮਝਣਾ ਹੈ। ਅਸੀਂ ਸਮਝਣਾ ਹੈ ਕਿ ਉਤਪਾਦ ਦਾ ਮੁੱਲ ਜਿਹੜਾ ਹੈਗਾ ਕਿਹੋ ਜਿਹਾ ਹੋਣਾ ਚਾਹੀਦਾ, ਉਹਦੇ ਵਿੱਚ ਮੁਹਾਰਤ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ਆਪਣੇ ਕਾਰੋਬਾਰ ਵਿੱਚ, ਅਤੇ ਸਹੀ ਤਰੀਕੇ ਨਾਲ ਕੰਮ ਕਰਨ ਦੇ ਕਿਹੜੇ ਤਰੀਕੇ ਹਨ, ਕਿਸ ਤਰੀਕੇ ਨਾਲ ਅਸੀਂ ਸਹੀ ਤਰੀਕੇ ਨਾਲ ਕੰਮ ਕਰਕੇ ਆਪਣੇ ਉਤਪਾਦ ਨੂੰ ਵੱਧ ਤੋਂ ਵੱਧ ਵਿਕਰੀ ਜਿਹੜੀ ਹੈਗੀ ਹੈ ਉਹਦੀ ਕਰ ਸਕਦੇ ਹਾਂ। ਦੂਸਰਾ ਜਿਹੜਾ ਸਾਡਾ ਉਦੇਸ਼ ਹੈ ਉਹ ਹੈ ਸੰਚਾਰ, ਕਮਿਊਨੀਕੇਸ਼ਨ ਸਕਿੱਲਸ ਸਿੱਖਣਾ। ਸੋ ਇੱਕ ਪ੍ਰਮੁੱਖ ਸੰਦੇਸ਼ ਨੂੰ ਸਪਸ਼ਟ ਤੌਰ 'ਤੇ ਪੇਸ਼ ਕਰਨਾ। ਸੰਚਾਰ ਹੁੰਦਾ ਕੀ ਹੈ? ਕਮਿਊਨੀਕੇਸ਼ਨ ਕੀ ਹੈ? ਆਪਣਾ ਜਿਹੜਾ ਮੈਸੇਜ ਹੈ ਦੂਸਰੇ ਨੂੰ ਕਨਵੇ ਕਰਨਾ, ਆਪਣੀ ਗੱਲਬਾਤ ਨੂੰ ਦੂਸਰੇ ਦੇ ਅੱਗੇ ਰੱਖਣਾ ਕਿਸੇ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਸਪਸ਼ਟ ਢੰਗ ਨਾਲ, ਜਿਹੜੀ ਕਿ ਅਗਲੇ ਨੂੰ ਸਮਝ ਆ ਜਾਵੇ। ਸੋ ਇੱਕ ਪ੍ਰਮੁੱਖ ਸੰਦੇਸ਼ ਨੂੰ ਸਪਸ਼ਟ ਤੌਰ 'ਤੇ ਪੇਸ਼ ਕਰਨਾ, ਉਹਨੂੰ ਸੰਚਾਰ ਕਹਿੰਦੇ ਹਨ। ਸੋ ਸੰਦੇਸ਼ ਦਾ ਸਮਰਥਨ ਕਰਨ ਲਈ ਤੱਥਾਂ ਅਤੇ ਅਨੁਭਵਾਂ ਨੂੰ ਸਾਂਝਾ ਕਰਨਾ। ਸਿਰਫ ਇਹ ਨਹੀਂ ਕਿ ਅਸੀਂ ਸੰਦੇਸ਼ ਦੇ ਦਿੱਤਾ, ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਸਾਡੇ ਸੰਦੇਸ਼ 'ਤੇ। ਸੰਦੇਸ਼ ਦੇ ਨਾਲ ਉਹਦਾ ਸਮਰਥਨ ਕਰਨ ਲਈ ਸਾਨੂੰ ਕੁਝ ਮਹੱਤਵਪੂਰਨ ਤੱਥ ਵੀ ਦੱਸਣੇ ਪੈਣਗੇ, ਕੁਝ ਫੈਕਟਸ ਐਂਡ ਫਿਗਰਸ ਦੀ ਗੱਲ ਵੀ ਕਰਨੀ ਪਏਗੀ, ਆਪਣੇ ਕੋਈ ਜਿਹੜੇ ਤਜਰਬੇ ਹੈਗੇ ਨੇ ਉਹ ਵੀ ਸਾਂਝੇ ਕਰਨੇ ਪੈਣਗੇ। ਸੋ ਆਪਣੇ ਤਜਰਬਿਆਂ ਦੇ ਆਧਾਰ 'ਤੇ, ਕੁਝ ਫੈਕਟਸ ਦੇ ਆਧਾਰ 'ਤੇ, ਤੱਥਾਂ ਦੇ ਆਧਾਰ 'ਤੇ ਆਪਣੇ ਸੰਦੇਸ਼ ਦਾ ਅਸੀਂ ਸਮਰਥਨ ਕਰਕੇ ਜਦੋਂ ਇੱਕ ਪ੍ਰਭਾਵਸ਼ਾਲੀ ਢੰਗ ਨਾਲ ਦੂਸਰੇ ਦੇ ਸਾਹਮਣੇ ਪੇਸ਼ ਕਰਦੇ ਹਾਂ ਤਾਂ ਉਹ ਉਸ 'ਤੇ ਯਕੀਨ ਵੀ ਕਰਦੇ ਨੇ ਅਤੇ ਸਾਡੀ ਗੱਲ ਦਾ ਪ੍ਰਭਾਵ ਵੀ ਪੈਂਦਾ ਹੈ। ਅਤੇ ਤਰਕਪੂਰਨ ਤਰੀਕੇ ਨਾਲ ਸੰਚਾਰ ਕਰਨਾ, ਇਹ ਨਹੀਂ ਹੈਗਾ ਕਿ ਬੇਤੁਕੀਆਂ ਗੱਲਾਂ ਅਸੀਂ ਮਾਰੀ ਜਾਵਾਂਗੇ। ਸੋ ਬੇਤੁਕੀਆਂ ਗੱਲਾਂ ਕਰਾਂਗੇ ਤਾਂ ਸਾਡਾ ਪ੍ਰੋਡਕਟ ਕਿਸੇ ਨੇ ਨਹੀਂ ਖਰੀਦਣਾ। ਉਸ ਦਾ ਕੋਈ ਆਧਾਰ ਹੋਣਾ ਚਾਹੀਦਾ, ਕੋਈ ਫੈਕਟ ਹੋਣੇ ਚਾਹੀਦੇ ਨੇ, ਕੋਈ ਸੱਚਾਈ ਹੋਣੀ ਚਾਹੀਦੀ ਉਹਦੇ ਪਿੱਛੇ, ਤਾਂ ਕਿ ਜੇ ਅਗਲਾ ਉਸ ਨੂੰ ਟੈਸਟ ਕਰਨ ਵੀ ਜਾਵੇ ਤਾਂ ਉਸ ਨੂੰ ਉਸ ਦੇ ਵਿੱਚ ਉਹ ਤੱਥ ਜਿਹੜੇ ਹੈਗੇ ਨੇ ਸਹੀ ਮਿਲਣ। ਇਹ ਨਹੀਂ ਕਿ ਤੁਸੀਂ ਸਿਰਫ ਵੈਸੇ ਹੀ ਗੱਲਾਂ ਮਾਰੀ ਜਾ ਰਹੇ ਹੋ, ਜੀ ਇਹਦੇ 'ਚ ਆਹ ਹੈ, ਜੀ ਇਹਦੇ 'ਚ ਇੰਝ ਹੈ, ਜੀ ਇਹ ਇੱਦਾਂ ਵਧੀਆ, ਉਸ ਤਰ੍ਹਾਂ ਵਧੀਆ। ਨਹੀਂ, ਤੁਹਾਡੇ ਫੈਕਟਸ ਕੀ ਹੈ, ਕੀ ਤਰਕ ਕੀ ਹੈ ਉਹਦੇ ਪਿੱਛੇ। ਸੋ ਆਪਣੇ ਸੰਦੇਸ਼ ਨੂੰ ਤੁਸੀਂ ਤੱਥਾਂ ਦੇ ਨਾਲ, ਅਨੁਭਵਾਂ ਦੇ ਨਾਲ, ਆਪਣੇ ਤਜਰਬਿਆਂ ਦੇ ਨਾਲ, ਫੈਕਟਸ ਦੇ ਨਾਲ ਅਤੇ ਤਰਕਾਂ ਦੇ ਨਾਲ ਸਾਂਝਾ ਕਰਨਾ ਹੈ। ਉਹਨੂੰ ਇਸ ਤਰੀਕੇ ਨਾਲ ਕਮਿਊਨੀਕੇਟ ਕਰਨਾ ਹੈਗਾ ਕਿ ਉਹਦੇ ਪਿੱਛੇ ਕੋਈ ਤਰਕ ਹੋਣ, ਕੋਈ ਸਹੀ ਤੱਥ ਹੋਣ ਔਰ ਤੁਹਾਡੇ ਆਪਣੇ ਤਜਰਬੇ ਵੀ ਡਿਸਕਸ਼ਨ ਹੋਵੇ, ਉਹਨਾਂ ਦੀ ਡਿਸਕਸ਼ਨ ਵੀ ਹੋਵੇ। ਸੋ ਇਹੀ ਸਾਡਾ ਅੱਜ ਦੇ ਪਾਠ ਦਾ ਉਦੇਸ਼ ਹੈ। ਆਪਾਂ ਅੱਗੇ ਵਧਦੇ ਹਾਂ ਅਤੇ ਗਤੀਵਿਧੀ ਕਰਦੇ ਹਾਂ।
ਹੁਣ ਅੱਜ ਦੀ ਜੋ ਗਤੀਵਿਧੀ ਹੈ ਬੇਟਾ, ਸਭ ਤੋਂ ਪਹਿਲਾਂ ਆਪਾਂ ਇੱਕ ਕੇਸ ਸਟੱਡੀ ਕਰਾਂਗੇ। ਸਾਰੇ ਵਿਦਿਆਰਥੀ ਆਪਣੀ ਆਪਣੀ ਟੀਮ ਦੇ ਵਿੱਚ ਬੈਠੋ, ਸਾਰੀ ਟੀਮ ਇਕੱਠੀ ਬੈਠੋ। ਹੁਣ ਟੀਮ ਜੋ ਹੈ ਇੱਕ ਕੇਸ ਸਟੱਡੀ ਕਰੇਗੀ। ਕੇਸ ਸਟੱਡੀ ਦਾ ਪ੍ਰਿੰਟ ਜਿਹੜਾ ਹੈਗਾ ਬੇਟਾ, ਤੁਸੀਂ ਸਾਰੇ ਜਣੇ ਲੈ ਲਓ। ਇੱਕ ਟੀਮ ਕੋਲ ਇੱਕ ਪ੍ਰਿੰਟ ਬਹੁਤ ਹੈ। ਸੋ ਇੱਕ ਵਿਦਿਆਰਥੀ ਕੇਸ ਸਟੱਡੀ ਨੂੰ ਪੜ੍ਹੋ ਔਰ ਬਾਕੀ ਸਾਰੇ ਜਣੇ ਸੁਣੋ ਧਿਆਨ ਨਾਲ। ਹਾਂਜੀ, ਪੜ੍ਹ ਲਈ ਬੇਟਾ। ਹੁਣ ਸੋਚੋ ਕਿ ਇਸ ਟੀਮ ਦੀਆਂ ਸਮੱਸਿਆਵਾਂ ਕੀ ਸਨ। ਤੁਸੀਂ ਹਰਬਲ ਟੀ ਟੀਮ ਦੇ ਬਾਰੇ ਪੜ੍ਹਿਆ, 2 ਹਫ਼ਤੇ ਤੱਕ ਤਾਂ ਉਹਨਾਂ ਦਾ ਸਮਾਨ ਵਿਕਿਆ, ਉਹਨਾਂ ਦੀ ਚਾਹ ਵਿਕੀ, ਪਰ ਉਸ ਤੋਂ ਬਾਅਦ ਅੱਗੇ ਨਹੀਂ ਵਿਕੀ। ਇਸ ਟੀਮ ਦੀਆਂ ਕੀ ਸਮੱਸਿਆਵਾਂ ਸਨ? ਸੋਚੋ, ਵਿਚਾਰ ਕਰੋ ਵੀ ਕਾਰਨ ਕੀ ਸੀ। 2 ਹਫ਼ਤੇ ਤੱਕ ਉਹਨਾਂ ਦਾ ਪ੍ਰੋਡਕਟ ਵਿਕਿਆ, ਉਸ ਤੋਂ ਅੱਗੇ ਉਹਦੀ ਵਿਕਰੀ ਨਹੀਂ ਹੋਈ। ਸੋ ਆਪਸ ਦੇ ਵਿੱਚ ਸਾਰੀ ਟੀਮ ਇਸ ਚੀਜ਼ 'ਤੇ ਚਰਚਾ ਕਰੋ, ਇਸ ਪੁਆਇੰਟ 'ਤੇ, ਕਿ ਜੋ ਤੁਸੀਂ ਕੇਸ ਸਟੱਡੀ ਕੀਤੀ ਹੈ ਉਸ ਟੀਮ ਦੀਆਂ ਕੀ ਸਮੱਸਿਆਵਾਂ ਸਨ, ਕੀ ਕਮੀਆਂ ਸਨ। ਦੂਸਰਾ, ਤੁਸੀਂ ਕਿਵੇਂ ਸੋਚਦੇ ਹੋ ਕਿ ਉਹਨਾਂ ਨੇ ਮੁਨਾਫਾ ਕਮਾਉਣਾ ਸ਼ੁਰੂ ਕੀਤਾ। ਫਿਰ ਬਾਅਦ ਵਿੱਚ ਉਹਨਾਂ ਨੇ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹਨਾਂ ਨੇ ਕੁਝ ਨਹੀਂ ਕਮਾਇਆ, 2-3 ਹਫ਼ਤੇ ਬਾਅਦ ਉਹਨਾਂ ਦਾ ਜਿਹੜਾ ਪ੍ਰੋਡਕਟ ਸੀ ਬਿਲਕੁਲ ਠੱਪ ਹੋ ਗਿਆ, ਉਹਨਾਂ ਦਾ ਵਪਾਰ ਬਿਲਕੁਲ ਰੁਕ ਗਿਆ। ਪਰੰਤੂ ਕੁਝ ਸਮੇਂ ਤੋਂ ਬਾਅਦ ਉਹਨਾਂ ਨੇ ਮੁਨਾਫਾ ਕਮਾਉਣਾ ਸ਼ੁਰੂ ਕੀਤਾ। ਹੁਣ ਤੁਸੀਂ ਆਪਸ ਵਿੱਚ ਇਸ ਪੁਆਇੰਟ 'ਤੇ ਚਰਚਾ ਕਰਨੀ ਹੈ ਵੀ ਉਹਨਾਂ ਨੇ ਫਿਰ ਕਿਹੜੇ ਸੁਧਾਰ ਕੀਤੇ ਆਪਣੇ ਬਿਜ਼ਨਸ ਕਰਨ ਦੇ ਤਰੀਕੇ ਵਿੱਚ, ਆਪਣੇ ਵਪਾਰ ਕਰਨ ਦੇ ਵਿੱਚ। ਉਹਨਾਂ ਨੇ ਕਿਸ ਤਰ੍ਹਾਂ ਦੇ ਸੁਧਾਰ ਲੈ ਕੇ ਆਂਦੇ ਤਾਂ ਜੋ ਉਹਨਾਂ ਨੇ ਮੁਨਾਫਾ ਕਮਾਉਣਾ ਸ਼ੁਰੂ ਕੀਤਾ। ਸੋ ਇਹਦੇ ਬਾਰੇ ਵੀ ਆਪਸ ਵਿੱਚ ਪਹਿਲਾਂ ਚਰਚਾ ਕਰੋ ਅਤੇ ਫਿਰ ਇੱਥੇ ਆ ਕੇ ਸਾਰੇ ਜਾਣੇ ਜਵਾਬ ਦਿਓ। ਸੋ 2 ਗੱਲਾਂ ਦੇ ਤੁਸੀਂ ਜਵਾਬ ਦੇਣੇ ਨੇ। ਇਸ ਟੀਮ ਦੀਆਂ ਪਹਿਲਾਂ ਤੁਸੀਂ ਜਵਾਬ ਹੀ ਦੇਣਾ ਹੈ ਕਿ ਇਸ ਟੀਮ ਦੀਆਂ ਕੀ ਸਮੱਸਿਆਵਾਂ ਸਨ, ਕਿਉਂ ਨਹੀਂ ਉਹ ਮੁਨਾਫਾ ਕਮਾ ਰਹੇ ਸੀ। ਦੂਸਰਾ, ਇਸ ਪ੍ਰਸ਼ਨ ਦਾ ਜਵਾਬ ਦੇਣਾ ਹੈ ਕਿ ਉਹਨਾਂ ਨੇ, ਤੁਸੀਂ ਕਿਵੇਂ ਲੱਗਦਾ ਤੁਹਾਨੂੰ ਕਿ ਉਹਨਾਂ ਨੇ ਮੁਨਾਫਾ ਕਮਾਉਣਾ ਸ਼ੁਰੂ ਕੀਤਾ, ਕੀ ਸੁਧਾਰ ਕੀਤਾ। ਬੇਟਾ ਤੁਸੀਂ ਚਾਹੋ ਤਾਂ ਇਹ ਪ੍ਰਸ਼ਨ ਜਿਹੜਾ ਹੈਗਾ ਬਲੈਕ ਬੋਰਡ 'ਤੇ ਲਿਖ ਸਕਦੇ ਹੋ। ਬਲੈਕ ਬੋਰਡ 'ਤੇ ਲਿਖ ਦਿਓ ਇਹ ਦੋਨੋਂ ਪ੍ਰਸ਼ਨ। ਇਸ ਟੀਮ ਦੀਆਂ ਸਮੱਸਿਆਵਾਂ ਕੀ ਸਨ। ਦੂਸਰਾ, ਤੁਸੀਂ ਕਿਵੇਂ ਸੋਚਦੇ ਹੋ ਕਿ ਉਹਨਾਂ ਨੇ ਮੁਨਾਫਾ ਕਮਾਉਣਾ ਸ਼ੁਰੂ ਕੀਤਾ। ਹੁਣ ਇੱਕ ਟੀਮ ਦੇ ਵਿੱਚੋਂ ਜਿਹੜੇ ਵਿਦਿਆਰਥੀ ਇਸ ਚੀਜ਼ ਦਾ ਜਵਾਬ ਦੇ ਸਕਦੇ ਨੇ, ਅੱਗੇ ਆਓ ਅਤੇ ਇਸ ਚੀਜ਼ ਦਾ ਜਵਾਬ ਦਿਓ। ਆਪਸ ਵਿੱਚ ਤੁਸੀਂ ਡਿਸਕਸ਼ਨ ਕਰਕੇ ਵੀ ਇੱਕ ਜਣਾ ਅੱਗੇ ਆ ਕੇ ਬੋਲ ਸਕਦਾ ਹੈ, ਜਾਂ ਸਾਰੀ ਟੀਮ ਵੀ ਅੱਗੇ ਆ ਕੇ ਖੜੇ ਹੋ ਕੇ ਉਹਨਾਂ ਵਿੱਚੋਂ ਇੱਕ ਜਣਾ ਬੋਲ ਸਕਦਾ ਹੈਗਾ। ਹੁਣ ਕੇਸ ਸਟੱਡੀ ਨੂੰ ਅੱਗੇ ਪੜ੍ਹੋ। ਹੁਣ ਸੋਚੋ, ਇਸ ਦੇ ਆਧਾਰ 'ਤੇ ਇਹ ਤੁਸੀਂ ਜੋ ਕੇਸ ਸਟੱਡੀ ਪੜ੍ਹੀ ਹੈ, ਤੁਸੀਂ ਪਹਿਲੀ ਵਿਕਰੀ ਸਮੇਂ ਕੀ ਧਿਆਨ ਰੱਖੋਗੇ। ਹੁਣ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ, ਕਿਉਂਕਿ ਅਸੀਂ ਆਪਣੇ ਉਤਪਾਦ ਲਈ ਦੇਖਣਾ ਹੈ। ਤੁਸੀਂ ਪਹਿਲੀ ਵਿਕਰੀ ਸਮੇਂ ਕੀ ਧਿਆਨ ਰੱਖੋਗੇ। ਹੁਣ ਇਹ ਪ੍ਰਸ਼ਨ ਨੂੰ ਬੋਰਡ 'ਤੇ ਲਿਖ ਲਓ। ਦੂਸਰਾ, ਤੁਸੀਂ ਵਿੱਤੀ ਯੋਜਨਾ ਕਿਵੇਂ ਬਣਾਓਗੇ। ਫਾਈਨੈਂਸ਼ੀਅਲ ਪਲੈਨਿੰਗ, ਆਪਣੇ ਪੈਸੇ ਨੂੰ, ਆਪਣੀ ਸੀਡ ਮਨੀ ਨੂੰ, ਆਪਣੀ ਗ੍ਰਾਂਟ ਨੂੰ ਤੁਸੀਂ ਕਿਸ ਤਰੀਕੇ ਨਾਲ ਵਰਤਣਾ ਹੈ, ਉਹਦੇ ਲਈ ਤੁਹਾਨੂੰ ਪਲੈਨਿੰਗ ਕਰਨੀ ਪੈਣੀ ਹੈ। ਤੁਹਾਨੂੰ ਵਿੱਤੀ ਯੋਜਨਾ ਬਣਾਉਣੀ ਪੈਣੀ ਹੈ, ਫਾਈਨੈਂਸ਼ੀਅਲ ਪਲੈਨਿੰਗ ਬਣਾਉਣੀ ਪੈਣੀ ਹੈ। ਕਿੰਨਾ ਪੈਸਾ ਤੁਸੀਂ ਕੱਚੇ ਮਾਲ 'ਤੇ ਖਰਚਣਾ ਹੈ, ਕਿੰਨਾ ਪੈਸਾ ਤੁਸੀਂ ਮਾਰਕੀਟਿੰਗ 'ਤੇ ਖਰਚਣਾ ਹੈ, ਕੀ ਕਰਨਾ ਹੈਗਾ, ਇਹਦੇ ਲਈ ਤੁਸੀਂ ਵਿੱਤੀ ਯੋਜਨਾ ਬਣਾਓਗੇ। ਤੁਸੀਂ ਆਪਸ ਵਿੱਚ ਬੈਠ ਕੇ ਡਿਸਕਸ਼ਨ ਕਰੋ ਔਰ ਇਹ 2 ਸਵਾਲਾਂ ਦੇ ਜਵਾਬ ਜਿਹੜੇ ਹੈਗੇ ਨੇ ਨੋਟ ਕਰਕੇ ਫਿਰ ਇੱਥੇ ਇੱਕ ਟੀਮ ਆ ਕੇ ਅੱਗੇ ਉਸ ਨੂੰ ਪੇਸ਼ ਕਰੋ। ਸੋ ਪਹਿਲਾ ਸਵਾਲ ਇਹੀ ਹੈ ਕਿ ਤੁਸੀਂ ਪਹਿਲੀ ਵਿਕਰੀ ਸਮੇਂ ਕੀ ਧਿਆਨ ਰੱਖੋਗੇ, ਔਰ ਦੂਸਰਾ ਤੁਹਾਡਾ ਸਵਾਲ ਇਹੀ ਹੈ ਕਿ ਤੁਸੀਂ ਵਿੱਤੀ ਯੋਜਨਾ ਕਿਵੇਂ ਬਣਾਓਗੇ। ਆਪਣੇ ਉਤਪਾਦ ਲਈ, ਆਪਣੇ ਪ੍ਰੋਡਕਟ ਲਈ ਤੁਸੀਂ ਵਿੱਤੀ ਯੋਜਨਾ ਕਿਵੇਂ ਬਣਾਓਗੇ। ਸੋ ਇਹਨਾਂ ਦੋਨਾਂ ਸਵਾਲਾਂ ਨੂੰ ਬੇਟਾ ਬੋਰਡ 'ਤੇ ਲਿਖ ਦਿਓ ਔਰ ਹੁਣ ਇੱਕ ਟੀਮ ਆ ਕੇ ਇਸ ਸਵਾਲ ਦਾ ਜਵਾਬ ਦਿਓ। ਹਾਂਜੀ, ਸੋ ਬਿਲਕੁਲ ਬੇਟਾ, ਹੁਣ ਤੁਸੀਂ ਅਗਲਾ ਜੋ ਸਟੈਪ ਕਰਨਾ ਹੈ, ਤੁਸੀਂ ਸਾਰੇ ਜਣਿਆਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਵਿੱਤੀ ਯੋਜਨਾ ਬਣਾਓਗੇ, ਕਿਸ ਤਰੀਕੇ ਨਾਲ ਕਰੋਗੇ। ਸੋ ਹੁਣ ਆਪਾਂ ਅਗਲੀ ਵਿੱਤੀ ਗਤੀਵਿਧੀ ਇਹੀ ਕਰਾਂਗੇ
ਕਿ ਆਪਣੇ ਵਪਾਰ ਦੀ ਅਸੀਂ ਯੋਜਨਾ ਬਣਾਉਣੀ ਹੈ। ਉਹਦੇ ਲਈ ਫਾਰਮੈਟ ਕੀ ਹੈ, ਨੋਟ ਕਰੋ। ਸਭ ਤੋਂ ਪਹਿਲਾ ਪੁਆਇੰਟ ਹੈ ਬਿਜ਼ਨਸ ਆਈਡੀਆ ਜਾਂ ਉਤਪਾਦ ਜਾਂ ਸੇਵਾ। ਤੁਹਾਡਾ ਬਿਜ਼ਨਸ ਆਈਡੀਆ ਕੀ ਹੈ? ਸਭ ਤੋਂ ਪਹਿਲਾਂ ਵਪਾਰ ਯੋਜਨਾ ਜਦੋਂ ਆਪਾਂ ਬਣਾਉਣੀ ਹੈ, ਉਹਦੀ ਪਲੈਨਿੰਗ ਜਦੋਂ ਬਣਾਉਣੀ ਹੈ ਆਪਣੇ ਵਪਾਰ ਦੀ, ਤਾਂ ਹੇਠ ਲਿਖੇ ਪੁਆਇੰਟਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਵਾਂਗੇ। ਸੋ ਸਭ ਤੋਂ ਪਹਿਲਾ ਪੁਆਇੰਟ ਕੀ ਹੈਗਾ? ਬਿਜ਼ਨਸ ਆਈਡੀਆ। ਸੋ ਸਭ ਤੋਂ ਪਹਿਲਾਂ ਟੌਪ 'ਤੇ ਤੁਸੀਂ ਕਿਆ ਲਿਖੋਗੇ? ਇਹ ਹੈਡਿੰਗਸ ਨੇ, ਇਹ ਤੁਹਾਡੇ ਟਾਈਟਲ ਨੇ, ਜਿਨ੍ਹਾਂ ਦੇ ਨੀਚੇ ਤੁਸੀਂ ਆਪਣੇ ਉਤਪਾਦ ਨੂੰ ਲੈ ਕੇ ਪੈਰਾਗ੍ਰਾਫ ਟਾਈਪ ਲਿਖੋਗੇ। ਬਿਜ਼ਨਸ ਆਈਡੀਆ, ਤੁਹਾਡਾ ਬਿਜ਼ਨਸ ਆਈਡੀਆ ਕੀ ਹੈ? ਯਾਨੀ ਕਿ ਕਿਹੜੀ ਸੇਵਾ ਤੁਸੀਂ ਪ੍ਰਦਾਨ ਕਰਨ ਜਾ ਰਹੇ ਹੋ ਜਾਂ ਕਿਹੜਾ ਉਤਪਾਦ ਤੁਸੀਂ ਤਿਆਰ ਕਰੋਗੇ। ਦੂਸਰਾ ਪੁਆਇੰਟ ਹੈ ਸਮੱਸਿਆ ਜਾਂ ਸਮੱਸਿਆ ਦਾ ਹੱਲ। ਅਜਿਹੀ ਕਿਹੜੀ ਸਮੱਸਿਆ ਹੈ ਸਮਾਜ ਦੀ ਜਿਸ ਦਾ ਕਿ ਹੱਲ ਤੁਸੀਂ ਕਰੋਗੇ ਇਸ ਉਤਪਾਦ ਨੂੰ ਤਿਆਰ ਕਰਕੇ ਜਾਂ ਇਸ ਸੇਵਾ ਨੂੰ ਪ੍ਰਦਾਨ ਕਰਕੇ। ਜਿਹੜਾ ਤੁਸੀਂ ਉਤਪਾਦ ਤਿਆਰ ਕਰਨ ਜਾ ਰਹੇ ਹੋ ਉਹ ਸਮਾਜ ਦੀ ਕਿਹੜੀ ਮੁਸ਼ਕਿਲ ਨੂੰ ਹੱਲ ਕਰੇਗਾ, ਕਿਹੜੀ ਸਮੱਸਿਆ ਦਾ ਹੱਲ ਕੱਢੇਗਾ ਉਹ। ਸੋ ਇਹ ਜਿਹੜਾ ਹੈਗਾ ਤੁਸੀਂ ਦੂਸਰਾ ਪੁਆਇੰਟ ਤੁਹਾਡਾ ਸਮੱਸਿਆ ਦੇ ਬਾਰੇ ਵਿੱਚ ਹੋਣਾ। ਇਹਨਾਂ ਨੂੰ ਟਾਈਟਲ ਲਿਖ ਲੈਣਾ। ਇਹ ਜਿਹੜੇ ਪੁਆਇੰਟ ਨੇਗੇ ਇਹਨਾਂ ਦੇ ਨੀਚੇ ਪੈਰਾਗ੍ਰਾਫ ਵਿੱਚ ਤੁਸੀਂ ਆਪਣੇ ਜਵਾਬ ਲਿਖਣੇ ਨੇਗੇ। ਤੀਸਰਾ ਜਿਹੜਾ ਹੈਗਾ ਚੁਣੇ ਹੋਏ ਗਾਹਕ। ਤੁਹਾਡੇ ਉਤਪਾਦ ਦੇ ਲਈ ਗਾਹਕ ਕੌਣ ਹੋਣਗੇ? ਉਹਨਾਂ ਦਾ ਕਿੰਨੀ ਉਮਰ ਹੋਏਗੀ? ਕਿਆ ਉਹ ਬੱਚਿਆਂ ਲਈ ਹੈ ਤੁਹਾਡਾ ਉਤਪਾਦ, ਜਾਂ ਜਵਾਨਾਂ ਲਈ ਹੈ, ਜਾਂ ਬੁੱਢਿਆਂ ਲਈ ਹੈ? ਕਿਸ ਉਮਰ ਦੇ ਗਾਹਕਾਂ ਲਈ ਤੁਸੀਂ ਉਤਪਾਦ ਤਿਆਰ ਕਰ ਰਹੇ ਹੋ? ਸੋ ਤੁਹਾਡੇ ਉਤਪਾਦ ਦੇ ਜੋ ਗਾਹਕ ਹੋਣਗੇ ਉਹਨਾਂ ਦੀ ਲਗਭਗ ਉਮਰ ਕਿਆ ਹੋਏਗੀ? ਕਿਸ ਜਗ੍ਹਾ 'ਤੇ ਤੁਹਾਨੂੰ ਗਾਹਕ ਮਿਲਣਗੇ? ਉਹ ਤੁਹਾਡੇ ਗਾਹਕਾਂ ਦੀ ਉਮਰ ਤੋਂ ਭਾਵ ਇਹੀ ਹੈ ਬੇਟਾ ਕਿ ਤੁਸੀਂ ਬੱਚਿਆਂ ਲਈ ਪ੍ਰੋਡਕਟ ਤਿਆਰ ਕਰ ਰਹੇ ਹੋ, ਜਵਾਨਾਂ ਲਈ ਤਿਆਰ ਕਰ ਰਹੇ ਹੋ, ਜਾਂ ਬੁਢਾਪੇ ਦੇ ਲਈ ਕੋਈ ਉਹਦੀ ਮੁਸ਼ਕਿਲ ਹੱਲ ਕਰਨ ਲਈ ਕੋਈ ਉਤਪਾਦ ਤਿਆਰ ਕਰ ਰਹੇ ਹੋ, ਜਾਂ ਘਰ ਦੀਆਂ ਕੋਈ ਸਮੱਸਿਆਵਾਂ ਹੱਲ ਕਰਨ ਲਈ, ਕੋਈ ਕਿਸੇ ਗ੍ਰਹਿਣੀ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਤਿਆਰ ਕਰ ਰਹੇ ਹੋ ਤੁਸੀਂ। ਸੋ ਕਿਸ ਉਮਰ ਦੇ ਗਾਹਕ ਜਿਹੜੇ ਤੁਹਾਡੇ ਹੋਣਗੇ ਅਤੇ ਕਿਸ ਜਗ੍ਹਾ 'ਤੇ ਤੁਹਾਨੂੰ ਇਹ ਗਾਹਕ ਮਿਲਣਗੇ? ਕਿਆ ਤੁਹਾਨੂੰ ਘਰਾਂ ਵਿੱਚ ਮਿਲਣਗੇ, ਤੁਹਾਨੂੰ ਮਾਰਕੀਟਾਂ ਵਿੱਚ ਮਿਲਣਗੇ? ਕਿੱਥੇ ਇਸ ਦਾ ਗਾਹਕ ਮਿਲੇਗਾ ਔਰ ਕਿਸ ਲਿੰਗ ਨਾਲ ਸੰਬੰਧਿਤ ਹੋਏਗਾ? ਯਾਨੀ ਕਿ ਤੁਸੀਂ ਲੇਡੀਜ਼ ਲਈ ਪ੍ਰੋਡਕਟ ਤਿਆਰ ਕਰ ਰਹੇ ਹੋ ਜਾਂ ਜੈਂਟਸ ਲਈ ਕਰ ਰਹੇ ਹੋ? ਤੁਸੀਂ ਇਸਤਰੀਆਂ ਦੇ ਲਈ ਬਣਾ ਰਹੇ ਹੋ ਜਾਂ ਪੁਰਸ਼ਾਂ ਦੇ ਲਈ ਕੋਈ ਉਤਪਾਦ ਤਿਆਰ ਕਰ ਰਹੇ ਹੋ? ਸੋ ਕਿਸ ਤਰ੍ਹਾਂ ਦੇ ਤੁਹਾਡੇ ਗਾਹਕ ਹੋਣਗੇ? ਤੀਜਾ ਪੁਆਇੰਟ ਤੁਸੀਂ ਉਸ ਚੀਜ਼ ਬਾਰੇ ਲਿਖਣਾ ਹੈਗਾ। ਚੌਥਾ ਪੁਆਇੰਟ ਲਿਖਣਾ ਹੈ ਤੁਹਾਡੇ ਪ੍ਰੋਡਕਟ ਦੇ ਮੁੱਖ ਸਰੋਤ ਕੀ ਹੋਣਗੇ। ਤੁਸੀਂ ਕੱਚਾ ਮਾਲ ਕਿੱਥੋਂ ਲੈ ਕੇ ਆਓਗੇ, ਉਹਦੇ ਲਈ ਕਿੰਨੀ ਲਾਗਤ ਲੱਗੇਗੀ, ਕਿੰਨਾ ਖਰਚਾ ਲੱਗੇਗਾ, ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਕੱਚਾ ਮਾਲ ਉਪਲਬਧ ਕਰਵਾਓਗੇ, ਉਹਦੀ ਤਿਆਰੀ ਕਿਸ ਤਰੀਕੇ ਨਾਲ ਕਰੋਗੇ, ਉਹਦੇ ਲਈ ਤੁਹਾਨੂੰ ਕਿੰਨੀ ਕੁ ਮਿਹਨਤ ਕਰਨੀ ਪਏਗੀ, ਕੀ ਕਰਨਾ ਪਏਗਾ। ਸੋ ਇਹ ਜਿਹੜਾ ਸਰੋਤ ਹੈ, ਕਿੰਨਾ ਇੱਕ ਉਤਪਾਦ ਨੂੰ ਤਿਆਰ ਕਰਨ ਲਈ ਤੁਹਾਡਾ ਕਿੰਨਾ ਸਮਾਂ ਲੱਗਦਾ ਹੈਗਾ, ਕਿੰਨੀ ਮਿਹਨਤ ਨੂੰ ਵੀ ਧਿਆਨ ਵਿੱਚ ਰੱਖਣਾ। ਸਿਰਫ ਇਹ ਨਹੀਂ ਹੈਗਾ ਕਿ ਕੱਚੇ ਮਾਲ ਦੀ ਲਾਗਤ ਅਸੀਂ ਦੇਖਣੀ ਹੈ, ਅਸੀਂ ਇਹ ਵੀ ਦੇਖਣਾ ਹੈ ਕਿ ਅਸੀਂ ਕਿੰਨਾ ਕੁ ਸਮਾਂ ਉਸ ਦੇ ਵਿੱਚ ਉਸ ਉਤਪਾਦ ਨੂੰ ਤਿਆਰ ਕਰਨ ਲਈ ਲਗਾਉਂਦੇ ਹਾਂ, ਕਿਉਂਕਿ ਸਾਡੀ ਮਿਹਨਤ ਵੀ ਲੱਗਦੀ ਹੈ। ਸੋ ਮਿਹਨਤ ਨੂੰ ਵੀ ਅਸੀਂ ਧਿਆਨ ਵਿੱਚ ਰੱਖਣਾ ਹੈ ਕਿ ਸਾਡੀ ਕਿੰਨੀ ਕੁ ਮਿਹਨਤ ਉਸ ਉਤਪਾਦ ਨੂੰ ਤਿਆਰ ਕਰਨ ਲਈ ਲੱਗਦੀ ਹੈ। ਅਗਲਾ ਹੈ ਕਿ ਉਸ ਦੀ ਲਾਗਤ ਕਿੰਨੀ ਕੁ ਆਉਂਦੀ ਹੈ। ਜਦੋਂ ਉਹ ਪੂਰਾ ਤਿਆਰ ਹੋ ਜਾਂਦਾ ਹੈ ਤਾਂ ਕੁੱਲ ਉਸ ਦੀ ਲਾਗਤ ਕਿੰਨੀ ਰੱਖਣੀ ਹੈ ਅਸੀਂ। ਜਦੋਂ ਅਸੀਂ ਇਹਨੂੰ ਬਾਜ਼ਾਰ ਵਿੱਚ ਵੇਚਣਾ ਹੈ ਤਾਂ ਉਦੋਂ ਉਹਦੀ ਕੀ ਕੀਮਤ ਰੱਖਣੀ ਹੈ। ਉਸ ਕੀਮਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਟਾ ਇਹ ਵੀ ਧਿਆਨ ਰੱਖਣਾ ਹੈਗਾ ਨਾਲ ਕਿ ਆਮ ਅੱਜ ਮਾਰਕੀਟ ਦੇ ਵਿੱਚ ਉਹ ਪ੍ਰੋਡਕਟ ਕਿੰਨੇ ਵਿੱਚ ਵਿਕ ਰਿਹਾ, ਕਿਉਂਕਿ ਤੁਹਾਡਾ ਉਸ ਤੋਂ ਮਹਿੰਗਾ ਨਹੀਂ ਵਿਕੇਗਾ ਅਨਲੈਸ ਐਂਡ ਅੰਟਿਲ ਕਿ ਤੁਸੀਂ ਕੋਈ ਸਪੈਸ਼ਲ ਕੁਆਲਿਟੀ ਦੇ ਰਹੇ ਹੋਵੋ। ਉਸ ਕੁਆਲਿਟੀ ਦੇ ਆਧਾਰ 'ਤੇ ਵੀ ਤੁਸੀਂ ਥੋੜ੍ਹਾ ਬਹੁਤ ਫਰਕ ਜਿਹੜਾ ਹੈਗਾ ਆਮ ਮਾਰਕੀਟ ਨਾਲੋਂ ਰੱਖ ਸਕਦੇ ਹੋ। ਠੀਕ ਹੈ, ਸੋ ਉਸ ਦੀ ਲਾਗਤ ਕੀ ਉਹ ਵੀ ਤੁਸੀਂ ਡਿਸਾਈਡ ਕਰਨੀ ਹੈ, ਉਹਦੇ ਬਾਰੇ ਵੀ ਤੁਸੀਂ ਪਲਾਨ ਕਰਨਾ ਹੈਗਾ। ਅਗਲਾ ਹੈਗਾ ਬੇਟਾ ਉਹਦੀ ਵੰਡ ਕਿੱਥੇ ਕਰੋਗੇ ਤੁਸੀਂ, ਉਹਦੀ ਵੰਡ ਦਾ ਸਰੋਤ ਕੀ ਹੋਏਗਾ, ਕਿੱਥੇ ਜਾ ਕੇ ਤੁਸੀਂ ਉਹਨੂੰ ਵੰਡੋਗੇ, ਵੇਚੋਗੇ। ਭਾਵ ਉਦਾਹਰਨਾਂ ਦੇਣੀਆਂ ਨੇ ਤੁਸੀਂ, ਉਹਦੇ ਬਾਰੇ ਕੋਈ ਨਾ ਕੋਈ ਉਦਾਹਰਨਾਂ ਦਿਓ ਕਿ ਤੁਸੀਂ ਕਿਹੜੀ ਜਗ੍ਹਾ 'ਤੇ ਜਾ ਕੇ ਆਪਣਾ ਪ੍ਰੋਡਕਟ ਜਿਹੜਾ ਹੈਗਾ ਉਹਦੀ ਵਿਕਰੀ ਕਰੋਗੇ। ਤੁਹਾਡੀ ਵੰਡ ਦੇ ਸਰੋਤ ਕੀ ਹੋਣਗੇ। ਡਿਸਟ੍ਰੀਬਿਊਟਰਸ, ਤੁਸੀਂ ਡਿਸਟ੍ਰੀਬਿਊਟਰਸ ਕਿਵੇਂ, ਉਹਨੂੰ ਡਿਸਟ੍ਰੀਬਿਊਸ਼ਨ ਕਿਵੇਂ ਕਰੋਗੇ, ਸਮਾਜ ਦੇ ਵਿੱਚ ਕਿਵੇਂ ਪਹੁੰਚਾਓਗੇ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੂੰ ਇਸ ਪ੍ਰੋਡਕਟ ਦੀ ਲੋੜ ਹੈ।
ਸੋ ਤੁਹਾਡੀ ਵੰਡ ਜਿਹੜੀ ਹੈਗੀ ਆ ਉਹਦੇ ਸਰੋਤ ਤੇ ਉਦਾਹਰਨਾਂ ਉਹ ਵੀ ਤੁਸੀਂ ਦੇਣੀਆਂ ਹਨ। ਸੋ ਇਹ ਫਾਰਮੈਟ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ 5 ਪੁਆਇੰਟ ਬੇਟਾ ਇੱਕ ਜਣਾ ਜਿਹੜਾ ਹੈਗਾ ਬੋਰਡ ਤੇ ਲਿਖ ਦਿਓ। ਇਹ 5 ਪੁਆਇੰਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਸਾਰੇ ਜਣੇ ਆਪਣੀ ਵਪਾਰ ਯੋਜਨਾ ਬਣਾਓ ਜਾਂ ਆਪਣੀ ਕਾਰੋਬਾਰੀ ਯੋਜਨਾ ਬਣਾਓ। 10 ਮਿੰਟ ਲਗਾਓ ਤੁਸੀਂ ਬੈਠ ਕੇ 5-10 ਮਿੰਟ ਔਰ ਆਪਣੀ ਕਾਰੋਬਾਰੀ ਯੋਜਨਾ ਬਣਾਓ ਜਾਂ ਵਪਾਰ ਦਾ ਯੋਜਨਾ ਫਾਰਮ ਜਿਹੜਾ ਹੈ ਉਹ ਬਣਾਓ। ਇਹ ਪੁਆਇੰਟ ਬੇਟਾ ਬੋਰਡ ਤੇ ਲਿਖ ਦਿਓ ਤਾਂ ਕਿ ਸਾਰਿਆਂ ਨੂੰ ਨਜ਼ਰ ਆ ਜਾਣ। ਇਹ ਤੁਹਾਡੇ ਟਾਈਟਲ ਹੋਣਗੇ। ਇਹਨਾਂ ਦੇ ਨੀਚੇ ਤੁਸੀਂ ਇੱਕ ਪੈਰਾਗ੍ਰਾਫ ਦੇ ਵਿੱਚ ਆਪਣੀ ਜਿਹੜੀ ਵਪਾਰ ਯੋਜਨਾ ਹੈਗੀ ਹੈ ਬਣਾ ਸਕਦੇ ਹੋ। ਸੋ ਇਹ ਜਿਹੜੀ ਕੇਸ ਸਟੱਡੀ ਤੁਸੀਂ ਕੀਤੀ ਸੀ ਇਹ ਤੋਂ ਤੁਸੀਂ ਕੀ ਸਮਝਿਆ? ਹੁਣ ਆਪਾਂ ਇਸ ਚੀਜ਼ ਤੇ ਵਿਚਾਰ ਕਰਦੇ ਹਾਂ। ਤੁਸੀਂ ਕੇਸ ਸਟੱਡੀ ਕੀਤੀ, ਉਹਦੇ ਤੋਂ ਤੁਹਾਨੂੰ ਕੀ ਸਮਝ ਆਇਆ? ਆਪਾਂ ਪਹਿਲਾਂ ਕਿਸੇ ਹੋਰ ਦੀ ਕਹਾਣੀ ਸੁਣੀ, ਉਹਦੀ ਕਹਾਣੀ ਸੁਣ ਕੇ ਫਿਰ ਆਪਣਾ ਬਿਜ਼ਨਸ ਪਲਾਨ ਬਣਾਇਆ। ਕਾਰਨ ਕੀ ਸੀਗਾ? ਕਿਉਂਕਿ ਕਿਸੇ ਹੋਰ ਦੀ ਕਹਾਣੀ ਸੁਣਨ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਦੇ ਵਿੱਚ ਕੀ ਕਮੀਆਂ ਰਹੀਆਂ, ਤਾਂ ਕਿ ਅਸੀਂ ਉਹਨਾਂ ਕਮੀਆਂ ਨੂੰ ਪਹਿਲਾਂ ਹੀ ਧਿਆਨ ਵਿੱਚ ਰੱਖ ਸਕੀਏ। ਸੋ ਕਿਸੇ ਹੋਰ ਦੀ ਕਹਾਣੀ ਸੁਣਾਉਣ ਦਾ ਮਹੱਤਵ ਇਹੀ ਸੀਗਾ ਜਾਂ ਉਹਦਾ ਮਕਸਦ ਇਹੀ ਸੀਗਾ ਕਿ ਤੁਸੀਂ ਉਹਨਾਂ ਗਲਤੀਆਂ ਤੋਂ ਬਚ ਸਕੋ ਜਿਹੜੀ ਕਿ ਉਸ ਟੀਮ ਨੇ ਕੀਤੀ, ਹਰਬਲ ਟੀ ਟੀਮ ਨੇ। ਸੋ ਕਿਸੇ ਹੋਰ ਦੀ ਪਹਿਲਾਂ ਤੁਸੀਂ ਕਹਾਣੀ ਸੁਣੀ, ਉਹਦਾ ਤੁਹਾਨੂੰ ਬੈਨੀਫਿਟ ਕੀ ਹੋਇਆ? ਇਹੀ ਬੈਨੀਫਿਟ ਹੋਇਆ ਨਾ ਕਿ ਤੁਹਾਨੂੰ ਗਲਤੀਆਂ ਪਤਾ ਲੱਗੀਆਂ ਉਸ ਟੀਮ ਦੀਆਂ, ਤੇ ਫਿਰ ਤੁਸੀਂ ਆਪਣਾ ਬਿਜ਼ਨਸ ਪਲਾਨ ਬਣਾਇਆ। ਇਹ ਤੁਹਾਨੂੰ ਕਿਵੇਂ ਲੱਗਿਆ? ਵਧੀਆ ਲੱਗਿਆ ਨਾ ਤੁਹਾਨੂੰ, ਕਿਉਂਕਿ ਤੁਹਾਨੂੰ ਕੁਝ ਗਾਈਡੈਂਸ ਉਹਦੇ ਨਾਲ ਮਿਲ ਗਈ ਵੀ ਕਿਸ ਤਰ੍ਹਾਂ ਦੀਆਂ ਗਲਤੀਆਂ ਹੋ ਸਕਦੀਆਂ ਨੇ ਬਿਜ਼ਨਸ ਪਲਾਨ ਬਣਾਉਣ ਲੱਗੇ, ਔਰ ਇਸ ਬਿਜ਼ਨਸ ਪਲਾਨ ਬਣਾਉਣ ਲੱਗੇ ਅਸੀਂ ਇਹਨਾਂ ਗਲਤੀਆਂ ਤੋਂ ਕਿਵੇਂ ਬਚਣਾ ਹੈ, ਜਾਂ ਆਪਣੀ ਕਾਰੋਬਾਰੀ ਯੋਜਨਾ ਬਣਾਉਂਦੇ ਹੋਏ ਅਸੀਂ ਜਾਂ ਕਾਰੋਬਾਰ ਕਰਦੇ ਹੋਏ ਅਸੀਂ ਇਹਨਾਂ ਗਲਤੀਆਂ ਤੋਂ ਕਿਵੇਂ ਬਚਣਾ ਹੈ, ਕਿਵੇਂ ਇਹਨਾਂ ਗਲਤੀਆਂ ਨੂੰ ਦੂਰ ਕਰਨਾ ਹੈ। ਕੀ ਹੁਣ ਤੁਸੀਂ ਇਸ ਨੂੰ ਲਾਗੂ ਕਰਨ ਬਾਰੇ ਵਧੇਰੇ ਆਤਮ ਵਿਸ਼ਵਾਸ ਮਹਿਸੂਸ ਕਰਦੇ ਹੋ? ਸੋ ਇਸ ਵਪਾਰ ਯੋਜਨਾ ਬਣਾਉਣ ਤੋਂ ਬਾਅਦ ਕੀ ਤੁਹਾਡਾ ਕੌਨਫੀਡੈਂਸ ਲੈਵਲ ਹਾਈ ਹੋਇਆ? ਕੀ ਤੁਹਾਡੇ ਅੰਦਰ ਕੋਈ ਆਤਮ ਵਿਸ਼ਵਾਸ ਵਧਿਆ ਕਿ ਯੈਸ ਯੂ ਕੈਨ ਡੂ ਇਟ? ਬਿਲਕੁਲ ਬੇਟਾ, ਤੁਸੀਂ ਕਰ ਸਕਦੇ ਹੋ। ਐਡੀ ਕੋਈ ਗੱਲ ਨਹੀਂ। ਤੁਸੀਂ ਬਿਲਕੁਲ ਬਹੁਤ ਵਧੀਆ ਤਰੀਕੇ ਦੇ ਨਾਲ ਕਾਮਯਾਬ ਹੋਵੋਗੇ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕੰਮ ਕਰੋਗੇ ਔਰ ਬਹੁਤ ਵਧੀਆ ਤਰੀਕੇ ਨਾਲ ਵਪਾਰ ਕਰਕੇ ਪੈਸਾ ਵੀ ਕਮਾਓਗੇ। ਗੱਲ ਤਾਂ ਸਿਰਫ ਹਿੰਮਤ ਦੀ ਹੈ। ਸੋ ਜਿਸ ਤਰੀਕੇ ਨਾਲ ਜੇ ਤੁਸੀਂ ਪੂਰੀ ਦਿਲਚਸਪੀ ਲਓਗੇ, ਦਿਲਚਸਪੀ ਦੇ ਨਾਲ ਸਾਰੀਆਂ ਇਹ ਐਕਟੀਵਿਟੀਜ਼ ਕਰੋਗੇ, ਤਾਂ ਨੈਚੁਰਲ ਹੈ ਕਿ ਤੁਸੀਂ ਵਧੀਆ ਤਰੀਕੇ ਨਾਲ ਆਪਣਾ ਵਪਾਰ ਚਲਾਉਣ ਵਿੱਚ ਕਾਮਯਾਬ ਹੋਵੋਗੇ। ਸੋ ਕੀ ਤੁਹਾਡੇ ਅੰਦਰ ਇਹ ਸਾਰੀਆਂ ਚੀਜ਼ਾਂ ਦੇਖ ਕੇ, ਇਹ ਵਪਾਰ ਦੀ ਪਲਾਨ ਬਣਾ ਕੇ, ਯੋਜਨਾ ਬਣਾ ਕੇ ਤੁਹਾਡੇ ਅੰਦਰ ਸੈਲਫ ਕੌਨਫੀਡੈਂਸ ਆਇਆ? ਆਤਮ ਵਿਸ਼ਵਾਸ ਮਹਿਸੂਸ ਹੋਇਆ ਤੁਹਾਨੂੰ? ਬਿਲਕੁਲ। ਹਾਂਜੀ ਬੇਟਾ। ਸੋ ਅੱਜ ਆਪਾਂ ਨੇ ਕੀ ਕੀਤਾ ਸੀਗਾ? ਅੱਜ ਅਸੀਂ ਆਪਣੀ ਕਾਰੋਬਾਰੀ ਯੋਜਨਾ ਨੂੰ ਲਿਖਿਆ ਕਿ ਅਸੀਂ ਜੋ ਉਤਪਾਦ ਤਿਆਰ ਕਰਨ ਜਾ ਰਹੇ ਹਾਂ ਜਾਂ ਜੋ ਉਤਪਾਦ ਤਿਆਰ ਕਰਕੇ ਮਾਰਕੀਟ ਵਿੱਚ ਵੇਚਣਾ ਹੈ, ਉਸ ਦੇ ਲਈ ਅਸੀਂ ਆਪਣੀ ਪੂਰੀ ਪਲੈਨਿੰਗ ਕੀਤੀ ਹੈ। ਕਿਉਂਕਿ ਪਲੈਨਿੰਗ ਤੋਂ ਬਿਨਾਂ ਕੋਈ ਵੀ ਕੰਮ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ। ਸੋ ਬੇਟਾ ਇਹ ਚੀਜ਼ ਵੀ ਬਹੁਤ ਜ਼ਰੂਰੀ ਹੈ ਸਿੱਖਣੀ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਦੀ ਤਰੀਕੇ ਨਾਲ ਪਹਿਲਾਂ ਪਲੈਨਿੰਗ ਕਰੋ। ਕਿਸੇ ਹੋਰ ਦੀਆਂ ਉਦਾਹਰਨਾਂ ਲੈ ਕੇ ਪਹਿਲਾਂ ਦੇਖੋ ਕਿ ਉਹਨਾਂ ਨੇ ਕੀ ਗਲਤੀਆਂ ਕੀਤੀਆਂ, ਉਹਨਾਂ ਗਲਤੀਆਂ ਨੂੰ ਵਿਚਾਰੋ, ਉਹਨਾਂ ਗਲਤੀਆਂ ਨੂੰ ਬਚੋ ਅਤੇ ਆਪਣੇ ਕੰਮ ਦੀ ਪਲੈਨਿੰਗ ਤਿਆਰ ਕਰੋ। ਸੋ ਆਪਣੀ ਜਦੋਂ ਅਸੀਂ ਯੋਜਨਾ ਬਣਾਉਂਦੇ ਹਾਂ, ਪਹਿਲਾਂ ਅਸੀਂ ਪਲੈਨਿੰਗ ਕਰਦੇ ਹਾਂ। ਫਿਰ ਸਿਰਫ ਇਹੀ ਨਹੀਂ ਕਿ ਸਿਰਫ ਆਪਣੀ ਯੋਜਨਾ ਬਣਾ ਲਈ, ਉਹਨੂੰ 2-4 ਬੰਦਿਆਂ ਦੇ ਨਾਲ ਡਿਸਕਸ ਵੀ ਕਰੋ, ਉਹਨਾਂ ਦੀ ਸਲਾਹ ਲਓ, ਉਹਨਾਂ ਦੀ ਫੀਡਬੈਕ ਲਓ। ਹੋ ਸਕਦਾ ਉਹ ਤੁਹਾਨੂੰ ਕੁਝ ਕਮੀਆਂ ਜਿਹੜੀਆਂ ਨੇ ਪੁਆਇੰਟ ਆਊਟ ਕਰ ਸਕਣ। ਤੁਹਾਡੇ ਜਿਹੜੇ ਸਾਥੀ ਮਿੱਤਰ ਨੇ, ਤੁਹਾਡੇ ਘਰ ਦੇ ਮੈਂਬਰ ਹੈਗੇ ਨੇ, ਇਹ ਜਿਹੜੀ ਕਾਰੋਬਾਰੀ ਯੋਜਨਾ ਹੈ ਇਹਨੂੰ ਉਹਨਾਂ ਦੇ ਨਾਲ ਡਿਸਕਸ ਕਰਕੇ ਉਹਨਾਂ ਤੋਂ ਸਲਾਹ ਲਓ। ਜਿਵੇਂ ਸਿਆਣੇ ਆਖਦੇ ਨੇ, ਸੁਣੀਏ ਸਭ ਦੀ, ਕਰੀਏ ਮਨ ਦੀ। ਸੁਣੋ ਤਾਂ ਸਭ ਦੀ ਨਾ, ਕੀ ਪਤਾ ਤੁਹਾਨੂੰ ਕੋਈ ਉਹ ਬਹੁਤ ਹੀ ਮਹੱਤਵਪੂਰਨ ਜਿਹੜਾ ਹੈਗਾ ਗਲਤੀ ਤੁਹਾਡੀ ਸਮਝਾ ਸਕਣ।
ਕਿਤੇ ਨਾ ਕਿਤੇ ਅਸੀਂ ਵੀ ਗਲਤ ਹੁੰਦੇ ਹਾਂ। ਸੋ ਸੁਣਨੀ ਹੈਗੀ ਹੈ ਤੁਸੀਂ ਧਿਆਨ ਨਾਲ ਉਹਨਾਂ ਦੀ ਫੀਡਬੈਕ। ਆਪਣੀ ਇਸ ਕਾਰੋਬਾਰੀ ਯੋਜਨਾ ਆਪਾਂ ਨੇ ਤਿਆਰ ਕੀਤੀ ਹੈਗੀ ਹੈ, ਇਹ ਤੁਹਾਡੀ ਵਪਾਰ ਕਰਨ ਵਿੱਚ ਜਾਂ ਤੁਹਾਡੀ ਵਿਕਰੀ ਕਰਨ ਵਿੱਚ ਮਦਦ ਕਰੇਗੀ। ਸੋ ਹੁਣ ਅਗਲਾ ਅਸਾਈਨਮੈਂਟ ਲਓ ਤੁਸੀਂ। ਅੱਜ ਦਾ ਬੇਟਾ ਤੁਹਾਡਾ ਅਸਾਈਨਮੈਂਟ ਇਹੀ ਹੈ ਕਿ ਇਹ ਮਾਰਕੀਟ ਸਰਵੇ ਅਤੇ ਫੀਡਬੈਕ ਲੈਣ ਦਾ ਹਫਤਾ ਹੈ। ਹੁਣ ਆਪਾਂ ਨੇ ਕਿਉਂਕਿ ਕਾਰੋਬਾਰੀ ਯੋਜਨਾ ਤਿਆਰ ਹੋ ਗਈ, ਸਾਡੀ ਟੀਮ ਬਣ ਗਈ, ਸਾਡਾ ਆਈਡੀਆ ਹੋ ਗਿਆ ਸਾਨੂੰ, ਤਾਂ ਆਪਾਂ ਨੇ ਇਸ ਹਫਤੇ ਦੇ ਵਿੱਚ, ਇਹ ਹਫਤਾ ਜਿਹੜਾ ਹੈਗਾ ਸਾਡਾ ਮੇਨਲੀ ਮਾਰਕੀਟ ਸਰਵੇ ਦਾ ਹਫਤਾ ਹੈਗਾ। ਸੋ ਇਹਦੇ ਵਿੱਚ ਆਪਾਂ ਨੇ ਮਾਰਕੀਟ ਸਰਵੇ ਕਰਨਾ ਹੈਗਾ ਕਿ ਕੀ ਜੋ ਅਸੀਂ ਕਾਰੋਬਾਰੀ ਯੋਜਨਾ ਬਣਾਈ ਹੈ ਉਹ ਸਹੀ ਹੈਗੀ ਹੈ, ਅਤੇ ਨਾਲ ਅਸੀਂ ਫੀਡਬੈਕ ਲੈਣੀ ਹੈ। ਆਪਣੇ ਘਰਦਿਆਂ ਤੋਂ ਲੈਣੀ ਹੈ, ਆਪਣੇ ਸਾਥੀ ਮਿੱਤਰਾਂ ਤੋਂ ਲੈਣੀ ਹੈ, ਅਤੇ ਆਪਣੇ ਦੋਸਤਾਂ ਤੋਂ ਲੈਣੀ ਹੈ, ਆਪਣੇ ਹੋਰ ਆਲੇ ਦੁਆਲੇ ਦੇ ਜਿਹੜੇ ਵੀ ਜਾਣਕਾਰ ਵਿਅਕਤੀ ਹੈਗੇ ਨੇ ਉਹਨਾਂ ਤੋਂ ਅਸੀਂ ਫੀਡਬੈਕ ਲੈਣੀ ਹੈ। ਇਸ ਤੋਂ ਇਲਾਵਾ ਮਾਰਕੀਟ ਸਰਵੇ ਕਰਕੇ ਜਿਹੜੇ ਕਾਰੋਬਾਰੀ ਵਿਅਕਤੀ ਨੇ ਖਾਸ ਕਰ ਉਹਨਾਂ ਤੋਂ ਫੀਡਬੈਕ ਲੈਣੀ ਹੈ। ਜੇ ਉਹਨਾਂ ਦਾ ਕਾਰੋਬਾਰ ਸਾਡੇ ਕਾਰੋਬਾਰ ਨਾਲ ਮਿਲਦਾ ਜੁਲਦਾ ਹੈ ਫਿਰ ਤਾਂ ਉਹਨਾਂ ਦੀ ਜਿਹੜੀ ਫੀਡਬੈਕ ਹੈ ਬਹੁਤ ਹੀ ਮਹੱਤਵਪੂਰਨ ਸਾਬਿਤ ਹੋਏਗੀ, ਔਰ ਹੋ ਸਕਦਾ ਹੈ ਤੁਹਾਨੂੰ ਉਹ ਕੁਝ ਅਜਿਹੇ ਵਿਚਾਰ ਦੇ ਦੇਣ ਜਿਨ੍ਹਾਂ ਦੇ ਬਾਰੇ ਤੁਸੀਂ ਸੋਚਿਆ ਵੀ ਨਾ ਹੋਵੇ। ਕੋਈ ਅਜਿਹੀਆਂ ਤੁਹਾਨੂੰ ਤੁਹਾਡੀਆਂ ਗਲਤੀਆਂ ਪੁਆਇੰਟ ਆਊਟ ਕਰ ਦੇਣ ਜਿਨ੍ਹਾਂ ਨੂੰ ਕਿ ਦੂਰ ਕਰ ਸਕੋ ਤੁਸੀਂ। ਸੋ ਬੇਟਾ ਤੁਸੀਂ ਮਾਰਕੀਟ ਸਰਵੇ ਕਰਨਾ ਹੈ, ਵੱਧ ਤੋਂ ਵੱਧ ਵਿਅਕਤੀਆਂ ਦੀ ਫੀਡਬੈਕ ਲੈਣੀ ਹੈ ਆਪਣੀ ਵਪਾਰ ਯੋਜਨਾ ਦੇ ਬਾਰੇ, ਔਰ ਖਾਸ ਕਰ ਕਿਹਨਾਂ ਦੀ ਲੈਣੀ ਹੈਗੀ ਤੁਸੀਂ? ਕਾਰੋਬਾਰੀ ਵਿਅਕਤੀਆਂ ਦੀ ਜਿਹੜੀ ਹੈਗੀ ਹੈ ਫੀਡਬੈਕ ਲੈਣੀ ਹੈ। ਜਿਹੜੇ ਤੁਹਾਡੇ ਨਾਲ ਮਿਲਦੇ ਜੁਲਦੇ ਕਾਰੋਬਾਰ ਨੇ, ਜੇ ਉਹਨਾਂ ਦੀ ਫੀਡਬੈਕ ਲਓਗੇ ਤਾਂ ਹੋਰ ਵੀ ਵਧੀਆ ਹੋਵੇਗਾ, ਕਿਉਂਕਿ ਇਸ ਦੇ ਨਾਲ ਤੁਹਾਨੂੰ ਆਪਣੀ ਪਲੈਨਿੰਗ ਨੂੰ ਸੁਧਾਰਨ ਦਾ ਮੌਕਾ ਮਿਲੇਗਾ। ਜ਼ਰੂਰੀ ਨਹੀਂ ਕਿ ਜੋ ਅਸੀਂ ਕਾਗਜ਼ 'ਤੇ ਅੱਜ ਲਿਖ ਲਿਆ ਬਸ ਇਹੀ ਰਹੂਗਾ, ਨਹੀਂ। ਫੀਡਬੈਕ ਲਓ, ਆਪਣੀਆਂ ਗਲਤੀਆਂ ਦੇਖੋ, ਕਮੀਆਂ ਦੇਖੋ, ਔਰ ਇਹਨੂੰ ਹੋਰ ਵਧੀਆ ਬਣਾਓ। ਸੋ ਇਹੀ ਅੱਜ ਦਾ ਅਸਾਈਨਮੈਂਟ ਹੈ ਬੇਟਾ। ਤੁਸੀਂ ਮਾਰਕੀਟ ਸਰਵੇ ਕਰਨਾ ਹੈ, ਤੁਸੀਂ ਫੀਡਬੈਕ ਲੈਣੀ ਹੈ, ਔਰ ਆਪਣੀ ਜੋ ਤੁਸੀਂ ਵਪਾਰ ਯੋਜਨਾ ਬਣਾਈ ਹੈ ਜਾਂ ਬਿਜ਼ਨਸ ਪਲੈਨਿੰਗ ਬਣਾਈ ਹੈ, ਇਸ ਨੂੰ ਦੇਖਣਾ ਹੈ ਕਿ ਬਾਕੀ ਲੋਕਾਂ ਦੇ ਇਸ ਦੇ ਬਾਰੇ ਵਿੱਚ ਕੀ ਵਿਊ ਨੇ। ਲੋਕਾਂ ਦੀ ਵਿਚਾਰ ਲੈਣੀ ਹੈ ਇਹਦੇ ਬਾਰੇ ਵਿੱਚ, ਉਹਨਾਂ ਦੇ ਵਿਊਜ਼ ਲੈਣੇ ਨੇਗੇ, ਔਰ ਉਹਨਾਂ ਦੇ ਵਿਊਜ਼ ਲੈ ਕੇ ਜਿੱਥੇ ਸਾਨੂੰ ਲੱਗਦਾ ਹੈਗਾ ਕਿ ਅਸੀਂ ਗਲਤ ਸੀ, ਵਾਕਈ ਅਸੀਂ ਗਲਤ ਕਰ ਰਹੇ ਸੀ, ਅਗਲੇ ਨੇ ਸਾਡੇ ਨੂੰ ਪੁਆਇੰਟ ਆਊਟ ਕਰਕੇ, ਸਾਹਮਣੇ ਵਾਲੇ ਵਿਅਕਤੀ ਨੇ ਸਾਨੂੰ ਪੁਆਇੰਟ ਆਊਟ ਕਰਕੇ ਸਾਡਾ ਫਾਇਦਾ ਕੀਤਾ ਹੈ, ਤਾਂ ਉਸ ਜਗ੍ਹਾ 'ਤੇ ਸਾਨੂੰ ਆਪਣੀ ਪਲੈਨਿੰਗ ਵਿੱਚ ਸੁਧਾਰ ਕਰਨਾ ਪਏਗਾ। ਸੋ ਆਪਾਂ ਆਪਣੀ ਪਲੈਨਿੰਗ ਵਿੱਚ ਸੁਧਾਰ ਵੀ ਜ਼ਰੂਰ ਕਰਨਾ। ਸੋ ਇਹ ਅੱਜ ਦਾ ਅਸਾਈਨਮੈਂਟ ਹੈ। ਆਪਣੀ ਇਸ ਪਲੈਨਿੰਗ ਨੂੰ ਜਿਹੜੀ ਅੱਜ ਤੁਸੀਂ ਕਲਾਸ ਵਿੱਚ ਬਣਾਈ ਹੈ, ਇਹਨੂੰ ਘਰ ਜਾ ਕੇ ਡਿਸਕਸ ਕਰੋ, ਹੋਰਾਂ ਨਾਲ, ਕਾਰੋਬਾਰੀ ਵਿਅਕਤੀਆਂ ਨਾਲ ਡਿਸਕਸ ਕਰੋ, ਗੁਆਂਢੀਆਂ ਨਾਲ ਡਿਸਕਸ ਕਰੋ, ਆਪਣੇ ਘਰਦਿਆਂ ਨਾਲ ਡਿਸਕਸ ਕਰੋ, ਅਤੇ ਆਪਣੇ ਸਾਥੀ ਮਿੱਤਰਾਂ ਨਾਲ ਡਿਸਕਸ ਕਰੋ, ਔਰ ਉਸ ਤੋਂ ਬਾਅਦ ਇਹਦੇ ਵਿੱਚ ਸੁਧਾਰ ਲੈ ਕੇ ਆਓ। ਸੋ ਅੱਜ ਦਾ ਬੇਟਾ ਪਾਠ ਇੱਥੋਂ ਤੱਕ ਹੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।